ਗੁੱਡ ਮਾਰਨਿੰਗ ਸਟੂਡੈਂਟਸ। ਲਾਸਟ ਅਸੀਂ ਗੱਲ ਕੀਤੀ ਸੀਗੀ ਮੈਟਲਸ ਦੀ ਰਿਐਕਸ਼ਨ ਸੀ ਵਿਦ ਵਾਟਰ ਦੇ ਨਾਲ, ਅਤੇ ਹੁਣ ਅਸੀਂ ਗੱਲ ਕਰਾਂਗੇ ਰਿਐਕਸ਼ਨ ਵਿਦ ਡਿਲਿਊਟ ਐਸਿਡਸ। ਜਦੋਂ ਮੈਟਲਸ ਡਿਲਿਊਟ ਐਸਿਡਸ ਨਾਲ ਰਿਐਕਟ ਕਰਦੀਆਂ ਨੇ ਦੈਨ ਕੀ ਫੋਰਮ ਹੁੰਦਾ ਵਾ, ਸਾਲਟ ਐਂਡ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀ ਆ। ਸੋ ਅਸੀਂ ਲਾਸਟ ਚੈਪਟਰ ਦੇ ਵਿੱਚ ਵੀ ਇਹ ਵਾਲੀਆਂ ਰਿਐਕਸ਼ਨਸ ਕਰ ਚੁੱਕੇ ਹਾਂ। ਜਦੋਂ ਮੈਟਲਸ ਡਿਲਿਊਟ ਜਿਹੜੇ ਹੈਗੇ ਨੇ ਐਸਿਡ, ਹਾਈਡਰੋਕਲੋਰਿਕ ਐਸਿਡ ਐਂਡ ਡਿਲਿਊਟ ਸਲਫਿਊਰਿਕ ਐਸਿਡ ਦੇ ਨਾਲ ਰਿਐਕਟ ਕਰਦੀਆਂ ਨੇ ਦੈਨ ਕੀ ਪ੍ਰੋਡਿਊਸ ਕਰਦੀਆਂ ਨੇ, ਸਾਲਟ ਐਂਡ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀਆਂ ਨੇ। ਸੋ ਨੰਬਰ ਆਫ ਐਗਜ਼ਾਮਪਲਸ ਨੇ, ਤੁਸੀਂ ਧਿਆਨ ਨਾਲ ਦੇਖ ਲੈਣਾ। ਦੈਨ ਕਾਪਰ, ਮਰਕਰੀ ਐਂਡ ਸਿਲਵਰ ਡੂ ਨਾਟ ਰਿਐਕਟ ਵਿਦ ਡਿਲਿਊਟ ਐਸਿਡਸ। ਜਿਹੜੇ ਕਾਪਰ ਅਤੇ ਮਰਕਰੀ ਅਤੇ ਸਿਲਵਰ ਨੇ ਇਹ ਡਿਲਿਊਟ ਐਸਿਡਸ ਦੇ ਨਾਲ ਰਿਐਕਟ ਨਹੀਂ ਕਰਦੀਆਂ। ਹਾਈਡਰੋਜਨ ਗੈਸ ਪ੍ਰੋਡਿਊਸ ਇਜ਼ ਆਕਸੀਡਾਈਜ਼ ਟੂ ਵਾਟਰ ਵੈਨ ਮੈਟਲਸ ਰਿਐਕਟ ਵਿਦ ਨਾਈਟ੍ਰਿਕ ਐਸਿਡ। ਹਾਂਜੀ ਸਟੂਡੈਂਟਸ, ਜਦੋਂ ਜਿਹੜਾ ਹੈਗਾ ਵਾ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀ ਆ ਆਕਸੀਡਾਈਜ਼ ਟੂ ਵਾਟਰ, ਜਦੋਂ ਅਸੀਂ ਵਾਟਰ ਨੂੰ ਆਕਸੀਡਾਈਜ਼ ਕਰਦੇ ਹਾਂ ਜਦੋਂ ਮੈਟਲਸ ਰਿਐਕਟ ਕਰਦੀ ਆ ਨਾਈਟ੍ਰਿਕ ਐਸਿਡ ਦੇ ਨਾਲ। ਬਟ ਮੈਗਨੀਸ਼ੀਅਮ ਅਤੇ ਮੈਗਨੀਜ਼ ਦੀ ਗੱਲ ਕਰੀਏ, ਰਿਐਕਟ ਵਿਦ ਵੈਰੀ ਡਿਲਿਊਟ ਨਾਈਟ੍ਰਿਕ ਐਸਿਡ ਟੂ ਇਵੋਲਵ ਹਾਈਡਰੋਜਨ ਗੈਸ। ਮੀਨਸ ਇਹਨਾਂ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਹੀ ਡਿਫਰੈਂਸ ਹੈਗਾ ਵਾ। ਮੈਗਨੀਸ਼ੀਅਮ ਜਿਹੜਾ ਹੈਗਾ ਵਾ ਨਾਈਟ੍ਰਿਕ ਐਸਿਡ ਨਾਲ ਰਿਐਕਟ ਕਰਕੇ ਮੈਗਨੀਸ਼ੀਅਮ ਨਾਈਟ੍ਰੇਟ ਬਣਾਉਂਦੀ ਆ ਅਤੇ ਪਲੱਸ ਜਿਹੜੇ ਹੈਗੇ ਨੇ ਹਾਈਡਰੋਜਨ ਗੈਸ ਪ੍ਰੋਡਿਊਸ ਹੁੰਦੀ ਆ। ਤੁਸੀਂ ਇਸ ਜਿਹੜੇ ਹੈਗੇ ਨੇ ਐਗਜ਼ਾਮਪਲ ਦੇ ਵਿੱਚ ਦੇਖ ਸਕਦੇ ਹੋ। ਦੈਨ ਰਿਐਕਸ਼ਨ ਆਫ ਮੈਟਲਸ ਵਿਦ ਅਦਰ ਮੈਟਲਸ, ਸਾਲਟਸ। ਸੋ ਸਟੂਡੈਂਟਸ ਹੁਣ ਕੀ ਆ, ਮੈਟਲ ਹੈਗੀ ਆ ਸਾਡੇ ਕੋਲ, ਮੈਟਲ ਕਿਸੇ ਹੋਰ ਹੁਣ ਇੱਥੇ ਕੀ ਆ, ਸਾਲਟ ਹੈਗਾ, ਨਾ ਕੋਈ ਐਸਿਡ ਆ ਨਾ ਕੋਈ ਬੇਸ ਆ, ਸਾਲਟ ਦੇ ਨਾਲ ਰਿਐਕਟ ਕਰੇਗੀ। ਦੈਨ ਜਦੋਂ ਮੈਟਲ ਸਾਲਟ ਦੇ ਨਾਲ ਰਿਐਕਟ ਕਰੇਗੀ ਤਾਂ ਕੀ ਪ੍ਰੋਡਿਊਸ ਕਰੇਗੀ, ਸਾਲਟ ਸੋਲਿਊਸ਼ਨ ਹੀ ਪ੍ਰੋਡਿਊਸ ਕਰੇਗੀ। ਦੈਨ ਮੈਟਲ ਪ੍ਰੋਡਿਊਸ ਹੋ ਜਾਏਗੀ, ਅਲੱਗ ਤੋਂ ਜਿਹੜੀ ਹੈਗੀ ਆ ਮੈਟਲ ਪ੍ਰੋਡਿਊਸ ਹੋ ਜਾਏਗੀ। ਤਾਂ ਆਲ ਮੈਟਲਸ ਆਰ ਨਾਟ ਇਕੁਅਲੀ ਰਿਐਕਟਿਵ, ਸਾਰੀਆਂ ਮੈਟਲਸ ਜਿਹੜੀਆਂ ਇਕੁਅਲੀ ਰਿਐਕਟ ਨਹੀਂ ਕਰਦੀਆਂ। ਰਿਐਕਟਿਵ ਮੈਟਲਸ ਕੈਨ ਡਿਸਪਲੇਸ ਲੈਸ ਰਿਐਕਟਿਵ ਮੈਟਲਸ from their compounds in solution. This forms the basis of reactivity series of metals. Means ਅਸੀਂ ਗੱਲ ਕਰਦੇ ਹਾਂ ਡਿਸਪਲੇਸ ਦੀ ਗੱਲ ਆਈ ਹੈ ਇੱਥੇ। ਰਿਐਕਟਿਵ ਮੈਟਲਸ ਕੈਨ ਡਿਸਪਲੇਸ ਲੈਸ ਰਿਐਕਟਿਵ ਮੈਟਲਸ, ਮਤਲਬ ਜਿਹੜੀ ਜ਼ਿਆਦਾ ਰਿਐਕਟਿਵ ਮੈਟਲ ਹੁੰਦੀ ਆ ਉਹ ਕੀ ਕਰ ਦਿੰਦੀ ਆ, ਲੈਸ ਰਿਐਕਟਿਵ ਮੈਟਲ ਨੂੰ ਡਿਸਪਲੇਸ ਕਰ ਦਿੰਦੀ ਆ, ਮੀਨਸ ਉਹਦੀ ਜਗ੍ਹਾ ਆਪ ਲੈ ਲੈਂਦੀ ਆ। ਰਿਐਕਟਿਵਿਟੀ ਸੀਰੀਜ਼ ਦੀ ਗੱਲ ਕਰੀਏ ਇਜ਼ a list of metals arranged in order of their decreasing activities. ਹਾਂਜੀ ਸਟੂਡੈਂਟਸ, ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਮੋਸਟ ਰਿਐਕਟਿਵ ਜਿਹੜੀਆਂ ਹੈਗੀਆਂ ਨੇ ਮੈਟਲਸ ਉਹ ਉੱਪਰ ਲਿਖੀਆਂ ਹੋਈਆਂ ਨੇ, ਲਾਈਕ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ। ਨੀਚੇ ਨੂੰ ਅਸੀਂ ਆਈ ਜਾਈਏ ਤਾਂ ਜਿਹੜੇ ਹੈਗੇ ਨੇ ਇਹ ਲੀਸਟ ਰਿਐਕਟਿਵ, ਮਤਲਬ ਜਿਹੜੀ ਰਿਐਕਟਿਵਿਟੀ ਆ ਡਿਕਰੀਜ਼ ਹੁੰਦੀ ਜਾਂਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਪੋਟਾਸ਼ੀਅਮ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਰਿਐਕਟਿਵ ਮੈਟਲ ਹੋਏਗੀ ਐਂਡ ਸਭ ਤੋਂ ਘੱਟ ਰਿਐਕਟਿਵ ਜਿਹੜੀ ਹੋਏਗੀ ਉਹ ਕੀ ਹੋਏਗੀ, ਸਿਲਵਰ ਹੋਏਗੀ। ਸਿਲਵਰ ਅਤੇ ਗੋਲਡ ਜਿਹੜੀਆਂ ਹੈਗੀਆਂ ਨੇ ਸਭ ਤੋਂ ਘੱਟ ਹੋਣਗੀਆਂ ਰਿਐਕਟਿਵ। ਦੈਨ ਇੱਕ ਹੋਰ ਗੱਲ ਆ, a metal can displace all the metals from their compounds which are below or after it in this series. ਮੀਨਸ ਜਿਹੜੀ ਹੈਗੀ ਆ, ਅਸੀਂ ਗੱਲ ਕਰਦੇ ਹਾਂ ਉੱਪਰ ਵੀ ਡਿਸਪਲੇਸ ਦੀ ਗੱਲ ਆਈ ਆ। ਹੁਣ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਆ ਰਿਐਕਟਿਵ ਅਸੀਂ ਪੋਟਾਸ਼ੀਅਮ ਅਤੇ ਸੋਡੀਅਮ ਦੀ ਗੱਲ ਕਰਦੇ ਹਾਂ। ਪੋਟਾਸ਼ੀਅਮ ਕੀ ਕਰੇਗੀ, ਸੋਡੀਅਮ ਨੂੰ ਡਿਸਪਲੇਸ ਕਰ ਦੇਗੀ। ਕਿਉਂਕਿ ਜਿਹੜੀ ਹੈਗੀ ਆ ਮੋਸਟ ਰਿਐਕਟਿਵ ਜਿਹੜੀ ਹੈਗੀ ਆ ਪੋਟਾਸ਼ੀਅਮ ਐਜ਼ ਕੰਪੇਅਰ ਟੂ ਸੋਡੀਅਮ। ਜੇ ਅਸੀਂ ਸੋਡੀਅਮ ਪੋਟਾਸ਼ੀਅਮ ਨੂੰ ਨਹੀਂ ਡਿਸਪਲੇਸ ਕਰੇਗੀ, ਕਿਉਂਕਿ ਜਿਹੜੀ ਹੈਗੀ ਆ ਸੋਡੀਅਮ ਲੈਸ ਰਿਐਕਟਿਵ ਆ ਫਰੋਮ ਦਾ ਪੋਟਾਸ਼ੀਅਮ ਨਾਲੋਂ। ਨੀਚੇ ਅਸੀਂ ਐਗਜ਼ਾਮਪਲ ਦਿੱਤੀ ਹੋਈ ਆ ਫੈਰਿਕ, ਇੱਥੇ ਦੇਖ ਲੈਂਦੇ ਹਾਂ ਅਸੀਂ ਫੈਰਿਕ ਅਤੇ ਜਿੰਕ ਜਿਹੜੀ ਹੈਗੀ ਆ। ਹੁਣ ਧਿਆਨ ਦਿਓ ਸਟੂਡੈਂਟਸ, ਜਿੰਕ ਉੱਪਰ ਲਿਖੀ ਹੋਈ ਹੈ, ਮਤਲਬ ਉਹ ਕੀ ਹੈ, ਜ਼ਿਆਦਾ ਰਿਐਕਟਿਵ ਹੈ ਦੈਨ ਆਇਰਨ ਨਾਲੋਂ। ਆਇਰਨ ਨੀਚੇ ਹੈ, ਉਹ ਲੈਸ ਰਿਐਕਟਿਵ ਆ ਦੈਨ ਜਿੰਕ ਨਾਲੋਂ। ਇਸ ਨੂੰ ਆਪਦੇ ਮਾਈਂਡ 'ਚ ਬਿਠਾ ਕੇ ਰੱਖਣਾ। ਹੁਣ ਅਸੀਂ ਐਗਜ਼ਾਮਪਲ ਦੇਖਾਂਗੇ। ਐਗਜ਼ਾਮਪਲ ਦੇ ਵਿੱਚ ਕੀ ਆ, ਆਇਰਨ ਫੈਰਿਕ ਜਿਹੜਾ ਹੈਗਾ ਵਾ ਕਾਪਰ ਸਲਫੇਟ ਸੋਲਿਊਸ਼ਨ ਦੇ ਨਾਲ ਰਿਐਕਟ ਕਰ ਰਿਹਾ ਵਾ, ਦੈਨ ਕੀ ਪ੍ਰੋਡਿਊਸ ਹੋ ਰਿਹਾ, ਫੈਰਿਕ ਸਲਫੇਟ ਅਤੇ ਪਲੱਸ ਕਾਪਰ ਪ੍ਰੋਡਿਊਸ ਹੋ ਰਿਹਾ। ਹੁਣ ਦੇਖੋ ਤੁਸੀਂ ਇਸ ਸੀਰੀਜ਼ ਦੇ ਵਿੱਚ ਦੇਖੋ
ਜਿੰਕ ਫੈਰਿਕ ਲੈਡ ਹਾਈਡਰੋਜਨ ਦੈਨ ਕਾਪਰ ਮੀਨਸ ਜਿੰਕ ਤੇ ਫੈਰਿਕ ਤੋਂ ਦੇ ਨੀਚੇ ਆ ਕਾਪਰ ਮੀਨਸ ਕਾਪਰ ਜਿੰਕ ਤੇ ਫੈਰਿਕ ਨਾਲੋਂ ਲੈਸ ਰਿਐਕਟਿਵ ਆ ਤਾਂ ਹੀ ਇੱਥੇ ਡਿਸਪਲੇਸ ਹੋ ਰਿਹਾ ਵਾ ਮੀਨਸ ਫੈਰਿਕ ਨੇ ਕਾਪਰ ਨੂੰ ਬਾਹਰ ਕੱਢਤਾ ਅਤੇ ਉਹਦੀ ਜਗ੍ਹਾ 'ਤੇ ਜਾ ਕੇ ਆਪ ਲੱਗ ਗਿਆ ਤਾਂ ਉਹਨੇ ਕੀ ਬਣਾਤਾ ਆਇਰਨ ਸਲਫੇਟ ਜਾਂ ਫੈਰਿਕ ਸਲਫੇਟ ਫਾਰਮ ਕਰਤਾ। ਦੈਨ ਜਿੰਕ ਨੇ ਵੀ ਇੱਦਾਂ ਹੀ ਕੀਤਾ ਜਿੰਕ ਪਲੱਸ ਕਾਪਰ ਸਲਫੇਟ ਟੂ ਫਾਰਮ ਜਿੰਕ ਸਲਫੇਟ ਪਲੱਸ ਕਾਪਰ ਮੀਨਸ ਜਿੰਕ ਨੇ ਇੱਥੋਂ ਕੀ ਕਰਤਾ ਕਾਪਰ ਨੂੰ ਡਿਸਪਲੇਸ ਕਰਤਾ ਮਤਲਬ ਕਾਪਰ ਦੀ ਜਗ੍ਹਾ 'ਤੇ ਆਪ ਜਾ ਕੇ ਲੱਗ ਗਿਆ ਅਤੇ ਉਹਨੂੰ ਬਾਹਰ ਕੱਢਤਾ ਮੀਨਸ ਕਾਪਰ ਬਾਹਰ ਚਲਾ ਗਿਆ ਅਤੇ ਇੱਥੇ ਕੀ ਫਾਰਮ ਕਰਤਾ ਜਿੰਕ ਸਲਫੇਟ। ਹਾਂਜੀ ਸਟੂਡੈਂਟਸ ਜੇ ਕਾਪਰ ਦੀ ਜਗ੍ਹਾ 'ਤੇ ਮੀਨਸ ਇੱਥੇ ਕੀ ਹੁੰਦਾ ਬਾਏ ਚਾਂਸ ਅਸੀਂ ਗੱਲ ਕਰਦੇ ਹਾਂ ਜਿਵੇਂ ਜਿੰਕ ਉੱਪਰ ਆ ਫੈਰਿਕ ਨੀਚੇ ਆ ਮੀਨਸ ਫੈਰਿਕ ਜਿਹੜਾ ਹੈਗਾ ਇੱਥੇ ਜਿੰਕ ਸਲਫੇਟ ਹੁੰਦਾ ਪਹਿਲੀ ਰਿਐਕਸ਼ਨ ਦੇ ਵਿੱਚ ਫੈਰਿਕ ਪਲੱਸ ਜਿੰਕ ਸਲਫੇਟ ਹੁੰਦਾ ਤਾਂ ਫੈਰਿਕ ਨੇ ਜਿੰਕ ਨੂੰ ਬਾਹਰ ਨਹੀਂ ਕੱਢ ਪਾਉਣਾ ਸੀ ਉਹ ਰਿਐਕਸ਼ਨ ਕੰਪਲੀਟ ਨਹੀਂ ਹੋਣੀ ਸੀ ਮੀਨਸ ਕਿਉਂ ਨਹੀਂ ਹੋਣੀ ਸੀ ਕਿਉਂਕਿ ਜਿਹੜਾ ਹੈਗਾ ਵਾ ਆਇਰਨ ਲੈਸ ਰਿਐਕਟਿਵ ਹੈ ਦੈਨ ਦਾ ਕਿਹਦੇ ਨਾਲੋਂ ਜਿੰਕ ਨਾਲੋਂ ਤਾਂ ਕਰਕੇ ਉਹਨੂੰ ਜਿੰਕ ਨੂੰ ਰਿਪਲੇਸ ਨਹੀਂ ਕਰਨਾ ਸੀਗਾ। ਸੋ ਸਟੂਡੈਂਟਸ ਇਹਨੂੰ ਇਹਨਾਂ ਰਿਐਕਸ਼ਨਸ ਨੂੰ ਧਿਆਨ ਨਾਲ ਅਤੇ ਆ ਜਿਹੜੀ ਆ ਸੀਰੀਜ਼ ਮੈਂ ਦੱਸੀ ਹੈ ਇਹਨੂੰ ਧਿਆਨ ਨਾਲ ਲਰਨ ਕਰਨਾ।